Good morning, dear students, and welcome to the English class. We are doing a lesson from your first flight book. The name of the lesson is From the Diary of Anne Frank, written by Anne Frank. So, in our previous lecture, we have read that Anne Frank was an eyewitness of Holocaust that took place after World War II. She received a diary on her 13th birthday as a birthday present. She was thinking of what to write in that diary. She started the diary by giving an introduction of her family. We have also read that she named the diary as Kitty. Now, after 7 days from her birthday, she is thinking about to write her diary. So today we will read about the first entry of Anne's diary. So let's get started. Dearest Kitty, ਹੁਣ ਜਦੋਂ ਡਾਇਰੀ ਲਿਖੀ ਜਾਂਦੀ ਆ ਤੁਹਾਨੂੰ ਡਾਇਰੀ ਦਾ ਸਟਰਕਚਰ ਦੱਸਿਆ ਗਿਆ ਸੀ। ਉਹਦੇ ਵਿੱਚ ਅਸੀਂ ਸ਼ੁਰੂਆਤ ਇੱਦਾਂ ਕਰਦੇ ਹਾਂ ਡੇਅਰੈਸਟ ਜੋ ਵੀ ਡੀਅਰ ਡਾਇਰੀ ਜਾਂ ਫਿਰ ਉਹਨੇ ਹੁਣ ਨਾਮ ਦਿੱਤਾ ਆਪਣੀ ਡਾਇਰੀ ਨੂੰ, ਇਸ ਕਰਕੇ ਉਹ ਡਾਇਰੀ ਦਾ ਨਾਮ ਲਿਖ ਰਹੀ ਆ ਡੇਅਰੈਸਟ ਕਿੱਟੀ, ਡਾਇਰੀ ਨਹੀਂ ਲਿਖ ਰਹੀ ਉਹ। Our entire class is quaking in its boots. Quaking in its boot means nervous. The reason, of course, is the forthcoming meeting in which the teachers decide who will move up to the next form and who will be kept back. ਹੁਣ ਉਹ ਕਹਿ ਰਹੀ ਆਪਣੀ ਡਾਇਰੀ ਦੇ ਵਿੱਚ ਫਸਟ ਐਂਟਰੀ ਦੇ ਵਿੱਚ ਐਨ ਕਿ ਜੋ ਸਾਡੀ ਐਂਟਾਇਰ ਕਲਾਸ ਹੈ ਉਹ ਕੀ ਆ ਬਹੁਤ ਜ਼ਿਆਦਾ ਨਰਵਸ ਆ। ਔਰ ਨਰਵਸ ਹੋਣ ਦਾ ਰੀਜ਼ਨ ਕੀ ਸੀਗਾ ਕਿ ਜਿਹੜਾ ਰਿਜ਼ਲਟ ਹੈ ਉਹਨਾਂ ਦਾ ਉਹ ਅਨਾਊਂਸ ਹੋਣ ਵਾਲਾ ਸੀਗਾ, ਐਨੂਅਲ ਜਿਹੜਾ ਰਿਜ਼ਲਟ ਸੀ ਜਿਹਦੇ ਉੱਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਹੋਵਾਂਗੇ ਜਾਂ ਫਿਰ ਨਹੀਂ ਹੋਵਾਂਗੇ। ਹਾਫ ਦ ਕਲਾਸ ਇਜ਼ ਮੇਕਿੰਗ ਬੈਟਸ। ਹੁਣ ਐਨ ਲਿਖ ਰਹੀ ਆ ਕਿ ਜਿਹੜੀ ਉਹਨਾਂ ਦੀ ਅੱਧੀ ਕਲਾਸ ਸੀ ਉਹ ਸ਼ਰਤਾਂ ਲਗਾ ਰਹੀ ਸੀ। ਬੈਟਸ ਹੁੰਦਾ ਹੈ ਸ਼ਰਤ ਲਗਾਉਣਾ। Gian and I laugh ourselves silly at the two boys behind us, Cian and Jacques, who have staked their entire holiday savings on their bet. ਹੁਣ ਐਨ ਕਹਿ ਰਹੀ ਹੈ ਕਿ ਮੈਂ ਅਤੇ ਮੇਰੀ ਫਰੈਂਡ ਜਿਹਦਾ ਨਾਮ ਕੀ ਹੈ ਜੀਐਨ, ਉਹ ਕੀ ਆ ਸਾਡੇ ਪਿੱਛੇ ਕਹਿੰਦੀ ਦੋ ਮੁੰਡੇ ਬੈਠੇ ਹੋਏ ਆ ਜਿਨ੍ਹਾਂ ਦਾ ਨਾਮ ਸੀ ਸੀਐਨ ਐਂਡ ਜੇਕਿਸ। ਉਹਨਾਂ ਦੇ ਉੱਤੇ ਉਹਨਾਂ ਨੂੰ ਬੜਾ ਹੀ ਹਾਸਾ ਆ ਰਿਹਾ ਆ ਐਨ ਅਤੇ ਉਹਦੀ ਫਰੈਂਡ ਜੀਐਨ ਨੂੰ। ਕਿਉਂ ਹਾਸਾ ਆ ਰਿਹਾ ਆ? ਕਿਉਂਕਿ ਉਹਨਾਂ ਦੋਨਾਂ ਮੁੰਡਿਆਂ ਨੇ ਆਪਣੇ ਹੌਲੀਡੇਜ਼ ਦੇ ਵਿੱਚ ਜਿੰਨੀ ਵੀ ਆਪਣੀ ਪੋਕਟ ਮਨੀ ਸੇਵ ਕੀਤੀ ਸੀ, ਜਿੰਨੇ ਵੀ ਪੈਸੇ ਬਚਾਏ ਸੀ, ਉਹਨਾਂ ਨੇ ਸਾਰੇ ਕੀ ਆ ਸ਼ਰਤ ਦੇ ਉੱਤੇ ਲਗਾ ਦਿੱਤੇ। ਸ਼ਰਤ ਕੀ ਲਗਾਈ ਸੀ ਕਿ ਮੈਂ ਫੇਲ ਹੋਵਾਂਗਾ ਜਾਂ ਪਾਸ ਹੋਵਾਂਗਾ, ਅਗਲੀ ਕਲਾਸ ਦੇ ਵਿੱਚ ਪ੍ਰਮੋਟ ਹੋਵਾਂਗਾ ਜਾਂ ਫਿਰ ਇਸੇ ਕਲਾਸ ਦੇ ਵਿੱਚ ਇੱਕ ਹੋਰ ਸਾਲ ਜਿਹੜਾ ਆ ਉਹ ਲਗਾਉਣਾ ਪਏਗਾ। From morning to night, it's you are going to pass. No, I am not. Yes, you are. No, I am not. ਹੁਣ ਕਹਿੰਦੀ ਕਿ ਦਿਨ ਰਾਤ ਜਿਹੜੇ ਦੋਨੋਂ ਮੁੰਡੇ ਸੀਗੇ ਨਾ, ਉਹਨਾਂ ਦੇ ਜਿਹੜੇ ਪਿੱਛੇ ਬੈਠੇ ਸੀਗੇ, ਉਹ ਇਹੀ ਗੱਲਾਂ ਕਰਦੇ ਸੀਗੇ, ਤੂੰ ਪਾਸ ਹੋ ਜਾਏਗਾ। ਉਹ ਕਹਿੰਦਾ ਨਹੀਂ ਮੈਂ ਨਹੀਂ ਹੋਵਾਂਗਾ, ਨਹੀਂ ਨਹੀਂ ਤੂੰ ਪਾਸ ਹੋ ਜਾਏਗਾ। ਇਹੀ ਚੀਜ਼ਾਂ ਉਹ ਕਹਿੰਦੇ ਉਹ ਗੱਲਾਂ ਬੜਬੜਾਉਂਦੇ ਰਹਿੰਦੇ ਸਾਡੇ ਪਿੱਛੇ ਬੈਠ ਕੇ। Even G's pleading glances and my angry outbursts can't calm them down. ਹੁਣ ਕਹਿੰਦੇ ਕਿ ਮੇਰੀ ਫਰੈਂਡ ਜੀਐਨ ਅਤੇ ਮੈਂ ਉਹਨਾਂ ਨੂੰ ਚੁੱਪ ਕਰਾਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਕਿ ਉਹ ਡਿਸਟਰਬ ਕਰ ਰਹੇ ਆ ਬੋਲ ਕੇ, ਬਟ ਕਹਿੰਦੇ ਕਿ ਸਾਡੀ ਗੱਲਾਂ ਦਾ ਉਹਨਾਂ ਦੇ ਉੱਤੇ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਮੁੰਡਿਆਂ ਦਾ। ਉਹ ਇਹੀ ਬੋਲੀ ਜਾ ਰਹੇ ਆ, ਤੂੰ ਪਾਸ ਹੋਏਗਾ, ਤੂੰ ਫੇਲ ਹੋਏਗਾ, ਨਹੀਂ ਮੈਂ ਫੇਲ ਹੋ ਜਾਵਾਂਗਾ, ਨਹੀਂ ਮੈਂ ਪਾਸ ਹੋ ਜਾਵਾਂਗਾ। ਇੱਦਾਂ ਹੀ ਉਹ ਦੋਨੋਂ ਮੁੰਡੇ ਬੋਲੀ ਜਾ ਰਹੇ ਆ। If you ask me, there are so many dummies that about a quarter of the class should be kept back. ਹੁਣ ਐਨ ਕਹਿ ਰਹੀ ਹੈ ਕਿ ਜੇ ਤੁਸੀਂ ਮੇਰੀ ਮੰਨੋ ਤੇ ਇਸ ਕਲਾਸ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਡਮੀਸ ਹੈਗੇ ਆ ਜਿਹੜੇ ਕਿ ਇਸੇ ਕਲਾਸ ਦੇ ਵਿੱਚ ਰਹਿਣੇ ਚਾਹੀਦੇ ਆ, ਮਤਲਬ ਕਿ ਫੇਲ ਹੋਣੇ ਚਾਹੀਦੇ ਆ। ਬਟ ਟੀਚਰਸ ਆਰ ਦ ਮੋਸਟ ਅਨਪ੍ਰੈਡਿਕਟੇਬਲ ਕ੍ਰੀਏਚਰਸ ਔਨ ਦਾ ਅਰਥ। ਬਟ ਕਹਿੰਦੇ ਜਿਹੜੇ ਟੀਚਰਸ ਹੁੰਦੇ ਆ ਨਾ, ਉਹਨਾਂ ਦੇ ਡਿਸੀਜ਼ਨ ਬਾਰੇ ਕਿਸੇ ਨੂੰ ਨਹੀਂ ਪਤਾ। ਅਨਪ੍ਰੈਡਿਕਟੇਬਲ ਮਤਲਬ ਕਿ ਕਿਸੇ ਨੂੰ ਕਿਸੇ ਚੀਜ਼ ਦਾ ਅੰਦਾਜ਼ਾ ਨਾ ਹੋਣਾ, ਸਡਨਲੀ ਕੁਛ ਹੋ ਜਾਣਾ। ਉਹ ਕਹਿੰਦੇ ਕਿ ਟੀਚਰਸ ਦੇ ਡਿਸੀਜ਼ਨ ਦਾ ਕਿਸੇ ਨੂੰ ਕੁਛ ਨਹੀਂ ਪਤਾ। ਬਟ ਮੇਰੀ ਰਾਏ ਦੇ ਵਿੱਚ ਜਿਹੜੀ ਜਿਹੜੀ ਕਲਾਸ ਆ, ਮੋਰ ਦੈਨ ਹਾਫ ਜਿਹੜੇ ਕਲਾਸ ਆ ਉਹ ਕੀ ਆ ਹੋਣੀ ਚਾਹੀਦੀ ਆ, ਫੇਲ ਹੋਣੀ ਚਾਹੀਦੀ। ਇਸੇ ਕਲਾਸ ਦੇ ਵਿੱਚ ਦੁਬਾਰਾ ਉਹਨਾਂ ਨੂੰ ਪੜ੍ਹਨਾ ਚਾਹੀਦਾ ਆ। ਆਈ ਐਮ ਨਾਟ ਸੋ ਵਰੀਡ ਅਬਾਊਟ ਮਾਈ ਗਰਲ ਫਰੈਂਡਸ ਐਂਡ ਮਾਈ ਸੈਲਫ। ਹੁਣ ਐਨ ਕਹਿ ਰਹੀ ਹੈ ਕਿ ਮੈਂ ਆਪਣੀਆਂ ਗਰਲ ਫਰੈਂਡਸ ਮਤਲਬ ਕਿ ਜਿਹੜੀਆਂ ਉਹਨਾਂ ਦੀਆਂ ਫੀਮੇਲ ਫਰੈਂਡਸ ਸੀਗੀਆਂ, ਕਹਿੰਦੀ ਕਿ ਮੈਂ ਆਪਣੀਆਂ ਫੀਮੇਲ ਫਰੈਂਡਸ ਔਰ ਆਪਣੇ ਬਾਰੇ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਆ, ਮਤਲਬ ਕਿ ਅਸੀਂ ਪਾਸ ਹੋ ਹੀ ਜਾਵਾਂਗੀਆਂ। ਵਿਲ ਮੇਕ ਇਟ, ਅਸੀਂ ਪਾਸ ਹੋ ਜਾਵਾਂਗੇ। ਮਤਲਬ ਦ ਓਨਲੀ ਸਬਜੈਕਟ ਆਈ ਐਮ ਨਾਟ ਸ਼ੋਰ ਅਬਾਊਟ ਇਜ਼ ਮੈਥਸ।
ਹੁਣ ਐਨ ਕਹਿ ਰਹੀ ਹੈ ਕਿ ਇੱਕੋ ਹੀ ਸਬਜੈਕਟ ਆ ਜਿਹਦੇ ਬਾਰੇ ਮੈਨੂੰ ਸ਼ੋਰਿਟੀ ਨਹੀਂ ਆ ਕਿ ਮੈਂ ਪਾਸ ਹੋਵਾਂਗੀ ਜਾਂ ਨਹੀਂ, ਅਤੇ ਉਹ ਸਬਜੈਕਟ ਕਿਹੜਾ ਆ? ਮੈਥਸ। ਐਨੀਵੇ ਆਲ ਵੀ ਕੈਨ ਡੂ ਇਜ਼ ਵੇਟ। ਉਹ ਕਹਿੰਦੀ ਕਿ ਚਲੋ ਇਹ ਸਾਰੀਆਂ ਗੱਲਾਂ ਤਾਂ ਹੋਈਆਂ, ਅਸੀਂ ਇਹੀ ਗੈਸਿਸ ਲਗਾ ਰਹੇ ਹਾਂ ਕਿਹਦੇ 'ਚੋਂ ਕੋਈ ਪਾਸ ਹੋਏਗਾ, ਕਿਹਦੇ 'ਚੋਂ ਫੇਲ ਹੋਏਗਾ, ਕੌਣ ਫੇਲ ਹੋਏਗਾ, ਬਟ ਕਹਿੰਦੀ ਕਿ ਅਸੀਂ ਕੀ ਕਰ ਸਕਦੇ ਹਾਂ? ਸਿਰਫ ਤੇ ਸਿਰਫ ਵੇਟ ਕਰ ਸਕਦੇ ਹਾਂ ਆਪਣੇ ਰਿਜ਼ਲਟ ਦੀ। ਅੰਟਿਲ ਦੈਨ ਵੀ ਕੀਪ ਟੈਲਿੰਗ ਈਚ ਅਦਰ ਨੋਟ ਟੂ ਲੂਜ਼ ਹਾਰਟ। ਕਹਿੰਦੇ ਜਿੰਨੀ ਦੇਰ ਰਿਜ਼ਲਟ ਨਹੀਂ ਆ ਜਾਂਦਾ ਅਸੀਂ ਇੱਕ ਦੂਸਰੇ ਨੂੰ ਇਹੀ ਕਹਿ ਕੇ ਤਸੱਲੀ ਦੇ ਸਕਦੇ ਹਾਂ ਕਿ ਹੌਸਲਾ ਨਾ ਛੱਡੋ, ਸਭ ਕੁਝ ਕੀ ਹੋਏਗਾ? ਵਧੀਆ ਹੀ ਹੋਏਗਾ। I get along pretty well with all my teachers। ਉਹ ਕਹਿੰਦੀ ਕਿ ਮੇਰੀ ਸਾਰੀਆਂ ਜਿਹੜੀਆਂ ਟੀਚਰਸ ਦੇ ਨਾਲ ਆ ਬੜੀ ਚੰਗੀ ਬਣਦੀ ਸੀ, ਸਾਰਿਆਂ ਦੇ ਨਾਲ ਉਹਦੇ ਮਤਲਬ ਅੱਛੀ ਰੈਪੂਟੇਸ਼ਨ ਸੀ ਟੀਚਰਸ ਦੇ ਵਿੱਚ ਐਨ ਦੀ। There are 9 of them, 7 men and 2 women। ਹੁਣ ਕਹਿੰਦੀ ਕਿ ਉਹਨਾਂ ਦੇ ਸਕੂਲ ਦੇ ਵਿੱਚ ਜਿਹੜੇ ਉਹਨਾਂ ਨੂੰ ਟੀਚ ਕਰਦੇ ਸੀ ਟੀਚਰਸ, ਟੋਟਲ 9 ਟੀਚਰਸ ਸੀਗੇ ਜਿਹੜੇ ਉਹਨਾਂ ਨੂੰ ਟੀਚ ਕਰਦੇ ਸੀ। ਉਹਨਾਂ ਦੇ ਵਿੱਚੋਂ 7 ਜਿਹੜੇ ਸੀ ਉਹ ਮੇਲ ਟੀਚਰ ਸੀ ਔਰ 2 ਜਿਹੜੀਆਂ ਸੀ ਵਿਮਨ ਟੀਚਰ ਸੀ, ਮੀਨਸ ਫੀਮੇਲ ਸੀਗੀਆਂ। ਮਿਸਟਰ ਕੀਜ਼ਿੰਗ ਦ ਓਲਡ ਫੌਗੀ ਹੂ ਟੀਚਸ ਮੈਥਸ। ਓਲਡ ਫੌਗੀ ਹੁੰਦਾ ਹੈ ਓਲਡ ਫੈਸ਼ਨਡ, ਜਿਹੜਾ ਬੰਦਾ ਓਲਡ ਫੈਸ਼ਨਡ ਹੋਵੇ, ਮਤਲਬ ਕੱਪੜੇ ਵੀ ਉਹਦੇ ਓਲਡ ਫੈਸ਼ਨ ਹੋਵੇ, ਜਾਂ ਫਿਰ ਅਸੀਂ ਕਹਿ ਸਕਦੇ ਵਿਚਾਰ ਵੀ ਬੜੇ ਓਲਡ ਫੈਸ਼ਨਡ ਹੋਣ। ਹੂ ਟੀਚਸ ਮੈਥਸ, ਅਤੇ ਉਹਨਾਂ ਨੂੰ ਮਿਸਟਰ ਕੀਜ਼ਿੰਗ ਕੀ ਪੜ੍ਹਾਉਂਦਾ ਸੀਗਾ? ਮੈਥਸ ਪੜ੍ਹਾਉਂਦਾ ਸੀ। ਵਾਜ਼ ਅਨੋਇਡ ਵਿਦ ਮੀ ਫॉर ਏਜਿਸ ਬਿਕੋਜ਼ ਆਈ ਟਾਕਡ ਸੋ ਮੱਚ। ਉਹ ਕਹਿੰਦੀ ਕਿ ਮੇਰੇ ਮੈਥਸ ਵਾਲੇ ਸਰ ਮੇਰੇ ਨਾਲ ਬਹੁਤ ਹੀ ਨਾਰਾਜ਼ ਰਹਿੰਦੇ ਸੀਗੇ। ਕਿਉਂਕਿ ਜਿਹੜੀ ਐਨ ਸੀ ਉਹ ਬਹੁਤ ਜ਼ਿਆਦਾ ਗੱਲਾਂ ਕਰਦੀ ਸੀ ਕਲਾਸ ਦੇ ਵਿੱਚ। ਹੁਣ ਬਾਕੀ ਟੀਚਰਸ ਦੇ ਨਾਲ ਤਾਂ ਵਧੀਆ ਬਣਦੀ ਆ, ਬਟ ਕਹਿੰਦੀ ਕਿ ਮਿਸਟਰ ਕੀਜ਼ਿੰਗ ਜਿਹੜੇ ਆ ਉਹਨਾਂ ਦੀ ਮੇਰੇ ਨਾਲ ਨਹੀਂ ਬਣਦੀ ਕਿਉਂਕਿ ਮੈਂ ਬਹੁਤ ਜ਼ਿਆਦਾ ਬੋਲਦੀ ਹਾਂ ਕਲਾਸ ਦੇ ਵਿੱਚ। After several warnings, he assigned me extra homework। ਹੁਣ ਕਹਿੰਦੀ ਕਿ ਬਹੁਤ ਸਾਰੀਆਂ ਉਹਨਾਂ ਨੇ ਮੈਨੂੰ ਵਾਰਨਿੰਗਸ ਦਿੱਤੀਆਂ ਕਿ ਮੈਂ ਕਲਾਸ ਦੇ ਵਿੱਚ ਨਾ ਬੋਲਾਂ, ਅਤੇ ਵਾਰਨਿੰਗਸ ਦੇਣ ਤੋਂ ਬਾਅਦ ਉਹਨਾਂ ਨੇ ਤੰਗ ਹੋ ਕੇ ਕੀ ਕੀਤਾ? ਮੈਨੂੰ ਐਕਸਟਰਾ ਹੋਮਵਰਕ ਦਿੱਤਾ ਹੈ ਇੱਕ ਅਸਾਈਨਮੈਂਟ ਦੇ ਰੂਪ ਦੇ ਵਿੱਚ। ਅਤੇ ਉਸ ਅਸਾਈਨਮੈਂਟ ਦੇ ਵਿੱਚ ਕੀ ਲਿਖਣ ਨੂੰ ਕਿਹਾ ਮਿਸਟਰ ਕੀਜ਼ਿੰਗ ਨੇ ਐਨ ਨੂੰ? ਦੇਖਾਂਗੇ ਅਸੀਂ। ਐਨ ਐਸੇ ਔਨ ਦ ਸਬਜੈਕਟ ਅ ਚੈਟਰ ਬਾਕਸ। ਹੁਣ ਉਹਨੂੰ ਸਬਜੈਕਟ ਕੀ ਮਿਲਿਆ? ਇੱਕ ਐਸੇ ਲਿਖਣਾ ਸੀ ਐਨ ਨੇ, ਅਤੇ ਉਹਦਾ ਸਬਜੈਕਟ ਕੀ ਸੀਗਾ? ਅ ਚੈਟਰ ਬਾਕਸ। ਚੈਟਰ ਬਾਕਸ ਕੀ ਹੁੰਦਾ ਹੈ? ਇੱਕ ਪਰਸਨ ਜਿਹੜਾ ਕਿ ਬਹੁਤ ਜ਼ਿਆਦਾ ਬੋਲਦਾ ਹੈ, ਬਹੁਤ ਗੱਲਾਂ ਕਰਦਾ ਹੈ। ਚੈਟਰ ਹੁੰਦਾ ਹੈ ਬੋਲਣਾ, ਚੈਟਿੰਗ ਕਰਨਾ, ਹਰ ਟਾਈਮ ਬੋਲੀ ਜਾਣਾ। ਉਹ ਕਹਿੰਦੀ ਕਿ ਮੈਨੂੰ ਅ ਚੈਟਰ ਬਾਕਸ ਦੇ ਉੱਤੇ ਐਸੇ ਲਿਖਣ ਵਾਸਤੇ ਮਿਸਟਰ ਕੀਜ਼ਿੰਗ ਨੇ ਕਿਹਾ। ਅ ਚੈਟਰ ਬਾਕਸ ਵਾਟ ਕੈਨ ਯੂ ਰਾਈਟ ਅਬਾਊਟ ਦੈਟ। ਉਹ ਕਹਿੰਦੀ ਕਿ ਇਹ ਕਿੱਦਾਂ ਦਾ ਟੌਪਿਕ ਹੈ, ਇਸ ਟੌਪਿਕ ਦੇ ਉੱਤੇ ਕੀ ਲਿਖ ਸਕਦੇ ਹਾਂ ਅਸੀਂ? I would worry about that later, I decided। ਉਹਨੂੰ ਕਹਿੰਦੀ ਕਿ ਇਹਦੇ ਬਾਰੇ ਮੈਂ ਬਾਅਦ 'ਚ ਸੋਚਾਂਗੀ ਕਿ ਇਹਦੇ ਵਿੱਚ ਲਿਖਣਾ ਕੀ ਆ। I jotted down the title in my notebook, tucked it in my bag and tried to keep quiet। ਉਹ ਕਹਿੰਦੀ ਕਿ jotted down ਦਾ ਮਤਲਬ ਹੁੰਦਾ ਰਾਈਟ ਡਾਊਨ। ਮੈਂ ਕਹਿੰਦੀ ਆਪਣੀ ਨੋਟਬੁੱਕ ਦੇ ਉੱਤੇ ਟੌਪਿਕ ਲਿਖ ਲਿਆ ਐਸੇ ਦਾ ਕਿ ਮੈਨੂੰ ਕਿਹੜਾ ਟੌਪਿਕ ਮਿਲਿਆ ਹੈ, ਕਿਹੜੀ ਅਸਾਈਨਮੈਂਟ ਮਿਲੀ ਹੈ ਮਿਸਟਰ ਕੀਜ਼ਿੰਗ ਵੱਲੋਂ, ਅਤੇ ਮੈਂ ਆਪਣੀ ਨੋਟਬੁੱਕ ਨੂੰ ਬੰਦ ਕਰਕੇ ਆਪਣੇ ਬੈਗ ਦੇ ਵਿੱਚ ਪਾ ਲਿਆ ਅਤੇ ਮੈਂ ਚੁੱਪ ਰਹਿਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਬਹੁਤ ਜ਼ਿਆਦਾ ਗੱਲਾਂ ਕਰਦੀ ਆ। ਕਹਿੰਦੀ ਕਿ ਮੈਂ ਚੁੱਪ ਰਹਿਣ ਦੀ ਹੁਣ ਕੋਸ਼ਿਸ਼ ਕੀਤੀ। That evening, after I'd finished the rest of my homework, the note about the essay caught my eye। ਹੁਣ ਉਸ ਦਿਨ ਘਰ ਜਾ ਕੇ ਜਦੋਂ ਉਹਨੇ ਸਾਰਾ ਆਪਣਾ ਹੋਮਵਰਕ ਕੰਪਲੀਟ ਕਰ ਲਿਆ ਅਤੇ ਉਹਨੇ ਜਿਹੜਾ ਦੇਖਿਆ ਕਿ ਜਿਹੜਾ ਟੌਪਿਕ ਸੀ, ਜਿਹੜਾ ਉਹਨੂੰ ਅਸਾਈਨਮੈਂਟ ਮਿਲੀ ਸੀ ਮੈਥਸ ਵਾਲੇ ਸਰ ਤੋਂ, ਉਹਦੇ ਉੱਤੇ, ਉਸ ਟੌਪਿਕ ਦੇ ਉੱਤੇ ਉਹਦੀ ਨਜ਼ਰ ਗਈ। I began thinking about the subject while chip off my fountain pen। ਹੁਣ ਉਹ ਕਹਿੰਦੀ ਕਿ ਮੈਂ ਇਸ ਟੌਪਿਕ ਦੇ ਉੱਤੇ, ਇਸ ਸਬਜੈਕਟ ਦੇ ਉੱਤੇ ਬਹੁਤ ਸੋਚਿਆ, ਅਤੇ ਸੋਚਦੇ ਐਨ ਕੀ ਕਰ ਰਹੀ ਹੈ? ਆਪਣੇ ਫਾਊਂਟੇਨ ਪੈਨ ਦੀ ਜਿਹੜੀ ਟਿਪ ਹੈ ਉਹਨੂੰ ਆਪਣੇ ਦੰਦਾਂ ਦੇ ਨਾਲ ਚਬਾ ਰਹੀ ਆ। Anyone could ramble on, leave big spaces between the words। ਉਹ ਕਹਿੰਦੀ ਕਿ ਕੋਈ ਵੀ ਕੁਝ ਵੀ ਲਿਖ ਸਕਦਾ ਆ ਅਤੇ ਬਹੁਤ ਜ਼ਿਆਦਾ ਲਿਖ ਸਕਦਾ ਹੈ ਇਸ ਟੌਪਿਕ ਦੇ ਉੱਤੇ। ਸਪੇਸਿਸ ਮਤਲਬ ਬਹੁਤ ਜ਼ਿਆਦਾ ਪੰਨੇ ਭਰ ਸਕਦਾ ਹੈ ਇਸ ਟੌਪਿਕ ਦੇ ਉੱਤੇ। ਬਟ ਦ ਟ੍ਰਿਕ ਵਾਜ਼ ਟੂ ਕਮ ਅਪ ਵਿਦ ਦ ਕਨਵਿੰਸਿੰਗ ਆਰਗੂਮੈਂਟਸ ਟੂ ਪ੍ਰੂਵ ਦ ਨੈਸੈਸਿਟੀ ਆਫ ਟਾਕਿੰਗ। ਪਰ ਕਹਿੰਦੀ ਫਾਇਦਾ ਲਿਖਣ ਦਾ ਤਾਂ ਆ ਕਿ ਅਸੀਂ ਇਹ ਕਨਵਿੰਸ ਕਰ ਸਕੀਏ ਦੱਸਣ ਵਾਲੇ ਨੂੰ, ਜਿਹਨੂੰ ਅਸੀਂ ਦੱਸਣਾ ਆ ਕਿ ਬੋਲਣ ਦੇ ਕਿੰਨੇ ਜ਼ਿਆਦਾ ਫਾਇਦੇ ਹੁੰਦੇ ਆ। ਹੁਣ ਉਹ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਕਿ ਬੋਲਣ ਦੇ ਫਾਇਦੇ ਹੁੰਦੇ ਆ, ਇਸ ਕਰਕੇ ਹੀ ਮੈਂ ਬੋਲਦੀ ਹਾਂ। ਉਹਨੂੰ ਪਤਾ ਆ ਕਿ ਮੇਰੇ ਉੱਤੇ ਹੀ ਐਸੇ ਲਿਖਣ ਨੂੰ ਮਿਲਿਆ ਆ ਕਿਉਂਕਿ ਮੈਂ ਬਹੁਤ ਜ਼ਿਆਦਾ ਬੋਲਦੀ ਹਾਂ ਕਲਾਸ ਦੇ ਵਿੱਚ। I thought and suddenly I had an idea। ਕਹਿੰਦੀ ਮੈਂ ਬਹੁਤ ਸੋਚਿਆ ਇਸ ਬਾਰੇ ਅਤੇ ਸਡਨਲੀ ਮੈਨੂੰ ਇੱਕ ਆਈਡੀਆ ਮਿਲਿਆ। I wrote the 3 pages Mr. Keezing had assigned me
ਐਂਡ ਵਾਜ਼ ਸੈਟਿਸਫਾਈਡ। ਉਹ ਕਹਿੰਦੀ ਕਿ ਮੈਂ ਬਹੁਤ ਸੋਚ ਕੇ 3 ਪੇਜਿਸ ਦਾ ਜਿਹੜਾ ਐਸੇ ਲਿਖਿਆ ਅਤੇ ਮੈਂ ਬਹੁਤ ਜ਼ਿਆਦਾ ਸੈਟਿਸਫਾਈਡ ਸੀ ਜੋ ਵੀ ਮੈਂ ਆਪਣੇ ਐਸੇ ਦੇ ਵਿੱਚ ਲਿਖਿਆ ਸੀ। ਆਈ ਆਰਗਿਊਡ ਦੈਟ ਟਾਕਿੰਗ ਇਜ਼ ਅ ਸਟੂਡੈਂਟਸ ਟ੍ਰੇਡ ਮਤਲਬ ਕੁਆਲਿਟੀ, ਗੁਣ ਕਹਿ ਸਕਦੇ ਹਾਂ, ਵਿਸ਼ੇਸ਼ਤਾ। ਉਹ ਕਹਿੰਦੀ ਕਿ ਮੈਂ ਆਪਣੇ ਐਸੇ ਦੇ ਵਿੱਚ ਲਿਖਿਆ ਕਿ ਬੋਲਣਾ ਇੱਕ ਸਟੂਡੈਂਟ ਦਾ ਕੀ ਹੁੰਦਾ ਆ, ਗੁਣ ਹੁੰਦਾ ਆ। ਐਂਡ ਦੈਟ ਆਈ ਵੁੱਡ ਡੂ ਮਾਈ ਬੈਸਟ ਟੂ ਕੀਪ ਇਟ ਅੰਡਰ ਕੰਟਰੋਲ। ਉਹ ਕਹਿੰਦੀ ਕਿ ਮੈਂ ਬੜੀ ਕੋਸ਼ਿਸ਼ ਕਰਾਂਗੀ ਕਿ ਇਸ ਬੋਲਣ ਦੇ ਜਿਹੜੇ ਟ੍ਰੇਡ ਨੂੰ ਆ ਕੰਟਰੋਲ ਦੇ ਵਿੱਚ ਕਰ ਸਕਾਂ, ਮਤਲਬ ਘੱਟ ਬੋਲਾਂ। But that I would never be able to cure myself of the habit since my mother talked as much as I did, if not more, and that there's not much you can do about inherited traits. ਉਹ ਕਹਿੰਦੀ ਕਿ ਮੈਂ ਕੋਸ਼ਿਸ਼ ਤਾਂ ਕਰਾਂਗੀ ਚੁੱਪ ਰਹਿਣ ਦੀ, ਪਰ ਕਹਿੰਦੀ ਕਿ ਮੇਰੀ ਮਦਰ ਵੀ ਬਹੁਤ ਜ਼ਿਆਦਾ ਬੋਲਦੀ ਆ ਅਤੇ ਮਦਰ ਕਹਿੰਦੀ ਜਿਹੜੀ ਮੇਰੀ ਇੰਨਾ ਬੋਲਦੀ ਆ ਅਤੇ ਫਿਰ ਮੈਂ ਕਿੱਦਾਂ ਚੁੱਪ ਰਹਿ ਸਕਦੀ ਹਾਂ। ਉਹ ਇਹ ਕਹਿਣਾ ਚਾਹੁੰਦੀ ਆ ਕਿ ਇਨਹੈਰੀਟੈਂਟ ਟ੍ਰੇਡ ਮੀਨਸ ਜਿਹੜੀ ਕਿ ਗੁਣ ਤੁਹਾਨੂੰ ਕੁਆਲਿਟੀ ਆਪਣੇ ਖਾਨਦਾਨ ਤੋਂ ਹੀ ਮਿਲੀ ਹੋਵੇ। ਉਹ ਕਹਿੰਦੀ ਉਸ ਕੁਆਲਿਟੀ ਨੂੰ ਤੁਸੀਂ ਕਿੱਦਾਂ ਦਬਾ ਸਕਦੇ ਹੋ। ਉਹ ਇਹ ਕਹਿਣਾ ਚਾਹ ਰਹੀ ਹੈ ਕਿ ਮਤਲਬ ਮੈਂ ਕੋਸ਼ਿਸ਼ ਤਾਂ ਕਰਾਂਗੀ ਬਟ ਮੇਰੀ ਸ਼ਿਓਰਿਟੀ ਨਹੀਂ ਆ ਕਿ ਮੈਂ ਚੁੱਪ ਰਹਿ ਸਕਾਂਗੀ, ਕਿਉਂਕਿ ਮੇਰੀ ਮਦਰ ਵੀ ਬਹੁਤ ਬੋਲਦੀ ਆ, ਸੋ ਮੈਂ ਵੀ ਬਹੁਤ ਬੋਲਦੀ ਹਾਂ। ਮਿਸਟਰ ਕੀਜ਼ਿੰਗ ਹੈਡ ਅ ਗੁੱਡ ਲਾਫ ਐਟ ਮਾਈ ਆਰਗੂਮੈਂਟਸ। ਹੁਣ ਕਹਿੰਦੀ ਕਿ ਮਿਸਟਰ ਕੀਜ਼ਿੰਗ ਮੇਰੇ ਆਰਗੂਮੈਂਟਸ ਨੂੰ ਸੁਣ ਕੇ ਬਹੁਤ ਜ਼ਿਆਦਾ ਕੀ ਆ, ਹੱਸੇ। But when I proceeded to talk my way through the next lesson, he assigned me a second essay. This time it was supposed to be an incorrigible chatterbox. ਹੁਣ ਕਹਿੰਦੀ ਕਿ ਪਹਿਲਾਂ ਤਾਂ ਮਿਸਟਰ ਕੀਜ਼ਿੰਗ ਬਹੁਤ ਹੱਸੇ ਮੇਰਾ ਐਸੇ ਸੁਣ ਕੇ, ਜੋ ਵੀ ਮੈਂ ਦਲੀਲਾਂ ਦਿੱਤੀਆਂ ਸੀ ਕਿ ਬੋਲਣ ਦੇ ਆਹ ਫਾਇਦੇ ਹੁੰਦੇ, ਇਸ ਕਰਕੇ ਮੇਰੀ ਆਦਤ ਹੈ, ਮੇਰੀ ਮਜਬੂਰੀ ਹੈ, ਮੈਨੂੰ ਖਾਨਦਾਨ 'ਚੋਂ ਹੀ ਬੋਲਣਾ ਜਿਹੜਾ ਮਿਲਿਆ ਆ। ਬਟ ਜਦੋਂ ਕਹਿੰਦੀ ਬਾਅਦ ਦੇ ਵਿੱਚ ਫਿਰ ਮੈਂ ਕਲਾਸ ਦੇ ਵਿੱਚ ਕੰਟੀਨਿਊ ਕੀਤਾ ਨਾ ਬੋਲਣਾ, ਮਿਸਟਰ ਕੀਜ਼ਿੰਗ ਫਿਰ ਮੇਰੇ ਤੋਂ ਦੁਖੀ ਹੋ ਗਏ ਅਤੇ ਉਹਨਾਂ ਨੇ ਮੈਨੂੰ ਸੈਕਿੰਡ ਐਸੇ ਲਿਖਣ ਵਾਸਤੇ ਦੇ ਦਿੱਤਾ, ਸੈਕਿੰਡ ਅਸਾਈਨਮੈਂਟ ਮਿਲ ਗਈ। ਸੋ ਦਿਸ ਟਾਈਮ ਜਿਹੜਾ ਟੋਪਿਕ ਆਫ ਐਸੇ ਸੀਗਾ ਉਹ ਕੀ ਸੀਗਾ, ਐਨ ਇਨਕੋਰੀਜੀਬਲ ਚੈਟਰਬਾਕਸ। ਇਨਕੋਰੀਜੀਬਲ ਮਤਲਬ ਹੁੰਦਾ ਹੈਬਿਚੁਅਲ, ਜੇ ਆਦਤਾਂ ਤੋਂ ਜਿਹੜਾ ਮਜਬੂਰ ਹੋਵੇ। ਹੁਣ ਉਹਨੂੰ ਇਹ ਟੋਪਿਕ ਮਿਲਿਆ ਕਿ ਇਸ ਟੋਪਿਕ ਦੇ ਉੱਤੇ ਇੱਕ ਹੋਰ ਐਸੇ ਲਿਖ ਕੇ ਲੈ ਕੇ ਆ। ਆਈ ਹੈਂਡਡ ਇਟ ਇਨ and Mr. Keezing had nothing to complain about for 2 whole lessons. ਹੁਣ ਉਹ ਕਹਿੰਦੀ ਕਿ ਮੈਂ ਫਿਰ ਇਸ ਟੋਪਿਕ ਦੇ ਉੱਤੇ ਐਸੇ ਲਿਖਿਆ, ਮਿਸਟਰ ਕੀਜ਼ਿੰਗ ਨੂੰ ਦੇ ਦਿੱਤਾ ਅਤੇ 2 ਲੈਸਨਸ ਤੱਕ, ਮਤਲਬ 2 ਪੀਰੀਅਡਸ ਅਸੀਂ ਕਹਿ ਸਕਦੇ ਹਾਂ, 2 ਲੈਕਚਰਸ ਤੱਕ ਕੋਈ ਕੰਪਲੇਂਟ ਨਹੀਂ ਕੀਤੀ ਮਿਸਟਰ ਕੀਜ਼ਿੰਗ ਨੇ। ਹਾਊਐਵਰ ਡਿਊਰਿੰਗ 3rd ਲੈਸਨ ਹੀ ਫਾਈਨਲੀ ਹੈਡ ਇਨਫ। ਪਰ ਕਹਿੰਦੀ 3rd ਲੈਸਨ ਦੇ ਵਿੱਚ ਮਿਸਟਰ ਕੀਜ਼ਿੰਗ ਫਿਰ ਬਹੁਤ ਜ਼ਿਆਦਾ ਤੰਗ ਹੋ ਚੁੱਕੇ ਸੀ ਮੇਰੇ ਬੋਲਣ ਨੂੰ ਲੈ ਕੇ। And Frank, as punishment for talking in class, write an essay entitled "Quack Quack Quack," said Mistress Chatterbox. ਹੁਣ ਦੁਖੀ ਹੋ ਗਏ ਸਰ ਨੇ, ਉਹਨੂੰ ਮੈਥਸ ਵਾਲੇ ਸਰ ਨੇ ਕਲਾਸ ਦੇ ਵਿੱਚ ਕਿਹਾ ਕਿ ਐਨ ਫਰੈਂਕ ਤੂੰ ਹੁਣ ਦੁਬਾਰਾ ਇੱਕ ਐਸੇ ਲਿਖੇਂਗੀ ਅਤੇ ਇਸ ਵਾਰ ਤੇਰਾ ਟੌਪਿਕ ਹੋਏਗਾ ਕੁਐਕ 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 ਸੈਟ ਮਿਸਟਰੈਸ ਚੈਟਰਬਾਕਸ। ਕੁਐਕ 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 ਦੀ ਆਵਾਜ਼ ਕੌਣ ਕਰਦਾ ਆ, ਡੱਕ ਕਰਦਾ ਆ। ਹੁਣ ਉਹ ਡੱਕ ਦੇ ਨਾਲ ਕੰਪੈਰੀਜ਼ਨ ਕਰ ਰਿਹਾ ਆ ਐਨ ਫਰੈਂਕ ਦਾ, ਮਤਲਬ ਉਹ ਮਜ਼ਾਕ ਬਣਾ ਰਿਹਾ ਪੂਰੀ ਕਲਾਸ ਦੇ ਸਾਹਮਣੇ ਸਰ ਐਨ ਫਰੈਂਕ ਦਾ। ਦ ਕਲਾਸ ਰੋਡ ਦਾ ਮਤਲਬ ਵੈਸੇ ਤਾਂ ਗਰਜਣਾ ਹੁੰਦਾ ਆ, ਬਟ ਇੱਥੇ ਗਰਜਣਾ ਦਾ ਮਤਲਬ ਦਹਾੜਨਾ ਨਹੀਂ ਆ, ਸ਼ੇਰ ਦਹਾੜਦਾ ਨਾ ਉਹਨੂੰ ਆਪਾਂ ਰੋਰ ਕਹਿੰਦੇ ਆ, ਬਟ ਇੱਥੇ ਹਾਸੇ ਦੇ ਨਾਲ ਪੂਰੀ ਆਵਾਜ਼ ਜਿਹੜੀ ਆ ਉਹ ਕੀ ਆ, ਗੂੰਜ ਉੱਠੀ। ਰੋਰਿੰਗ ਦੇ ਨਾਲ ਵੀ ਕੀ ਹੁੰਦਾ, ਗੂੰਜ ਹੁੰਦੀ ਆ। ਸੋ ਇੱਥੇ ਹਾਸੇ ਪੂਰੀ ਮਤਲਬ ਕਲਾਸ ਜਿਹੜੀ ਹੱਸ ਪਈ ਸਰ ਦੀ ਇਹ ਗੱਲ ਸੁਣ ਕੇ ਕਿ ਉਹਨੂੰ ਐਨ ਫਰੈਂਕ ਨੂੰ ਇਹ ਵਾਲਾ ਟੌਪਿਕ ਮਿਲਿਆ ਆ। ਆਈ ਹੈਡ ਟੂ ਲਾਫ ਟੂ, ਕਹਿੰਦੀ ਕਿ ਮੈਂ ਵੀ ਹੱਸੀ, ਮੈਨੂੰ ਵੀ ਸੁਣ ਕੇ ਹਾਸਾ ਆ ਗਿਆ। ਦੋ ਆਈ ਨੀਅਰਲੀ ਐਗਜ਼ੌਸਟਿਡ ਮਾਈ ਇਨਜੈਨੂਇਨਿਟੀ ਔਨ ਦ ਟੋਪਿਕ ਆਫ ਚੈਟਰ ਬਾਕਸਿਸ, ਬਟ ਕਹਿੰਦੀ ਕਿ ਮੈਂ ਬਹੁਤ ਜ਼ਿਆਦਾ ਬੋਰ ਹੋ ਚੁੱਕੀ ਸੀ, ਬਹੁਤ ਜ਼ਿਆਦਾ ਮੈਂ ਦੁਖੀ ਆ ਚੁੱਕੀ ਸੀ ਚੈਟਰ ਬਾਕਸਿਸ ਦੇ ਉੱਤੇ ਐਸੇਸ ਲਿਖ ਕੇ। ਇੱਕੋ ਕਹਿੰਦੀ ਟੋਪਿਕ ਮੈਨੂੰ ਬਾਰ-ਬਾਰ ਮਿਲ ਰਿਹਾ ਸੀ। ਇਟ ਵॉज ਟਾਈਮ ਟੂ ਕਮ ਅਪ ਵਿਦ ਸਮਥਿੰਗ ਐਲਸ, ਸਮਥਿੰਗ ਓਰੀਜਨਲ। ਹੁਣ ਕਹਿੰਦੀ ਕਿ ਇਹ ਹੁਣ ਜਿਹੜਾ ਟਾਈਮ ਸੀਗਾ, ਤੀਜੀ ਵਾਰ ਮੈਨੂੰ ਐਸੇ ਮਿਲਿਆ ਆ, ਮੈਂ ਚਾਹੁੰਦੀ ਸੀਗੀ ਕਿ ਇਹਦੇ ਵਿੱਚ ਮੈਂ ਕੁਛ ਨਵਾਂ, ਕੁਛ ਓਰੀਜਨਲ ਲਿਖਾਂ ਕਿ ਜਿਹਨੂੰ ਪੜ੍ਹ ਕੇ ਮਿਸਟਰ ਕੀਜ਼ਿੰਗ ਆ ਇੰਪ੍ਰੈਸ ਹੋ ਸਕਣ ਮੇਰੇ ਬੋਲਣ ਦੇ ਗੁਣ ਨੂੰ ਲੈ ਕੇ। ਮਾਈ ਫਰੈਂਡ ਸੈਨੇ ਹੂ ਇਜ਼ ਗੁੱਡ ਐਟ ਪੋਇਟਰੀ, ਹੁਣ ਉਹਦੀ ਇੱਕ ਫਰੈਂਡ ਐਨ ਫਰੈਂਕ ਦੀ ਜਿਹੜੀ ਕਿ ਪੋਇਟਰੀ ਬਹੁਤ ਵਧੀਆ ਲਿਖਦੀ ਆ। offered to help me write the essay from beginning to end in verse and I jumped for joy. ਹੁਣ ਕਹਿੰਦੀ ਕਿ ਮੇਰੀ ਫਰੈਂਡ ਨੇ ਮੈਨੂੰ ਸੁਜੈਸਟ ਕੀਤਾ ਕਿ ਮੈਂ ਆਪਣਾ ਐਸੇ ਇੱਕ
ਪੋਇਮ ਦੇ ਰੂਪ ਦੇ ਵਿੱਚ ਲਿਖਾਂ ਸਟਾਰਟਿੰਗ ਟੂ ਲੈ ਕੇ ਲਾਸਟ ਤੱਕ। ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ ਕਿਉਂਕਿ ਇਸ ਵਾਰ ਉਹ ਡਿਫਰੈਂਟ ਲਿਖਣਾ ਚਾਹੁੰਦੀ ਸੀ ਐਨ ਫਰੈਂਕ। Mr. Keesing was trying to play a joke on me with his ridiculous subject, but I'd make sure the joke was on him. ਕਹਿੰਦੇ ਕਿ ਮਿਸਟਰ ਕੀਜ਼ਿੰਗ ਮੇਰਾ ਮਜ਼ਾਕ ਬਣਾਉਣਾ ਚਾਹੁੰਦੇ ਸੀ ਇਸ ਟੌਪਿਕ ਨੂੰ ਦੇ ਕੇ, ਬਟ ਕਹਿੰਦੀ ਕਿ ਹੁਣ ਇਸ ਵਾਰ ਮੈਂ ਆਪਣਾ ਐਸੇ ਲਿਖ ਕੇ ਨਾ ਇਹ ਮਜ਼ਾਕ ਪ੍ਰੂਵ ਕਰ ਦਾਂਗੀ ਕਿ ਇਹ ਮਜ਼ਾਕ ਉਹਨਾਂ ਦੇ ਆਪਣੇ ਉੱਤੇ ਸੀ। I finished my poem and it was beautiful। ਹੁਣ ਕਹਿੰਦੀ ਕਿ ਮੈਂ ਜਿਹੜੀ ਪੋਇਮ ਆ ਆਪਣੀ ਲਿਖਣੀ ਫਿਨਿਸ਼ ਕਰ ਲਈ ਅਤੇ ਬਹੁਤ ਹੀ ਵਧੀਆ ਮੈਂ ਪੋਇਮ ਲਿਖੀ ਸੀ। It was about a mother duck and a father swan with 3 baby ducklings who were bitten to death by the father because they quacked too much। ਹੁਣ ਉਹ ਕਹਿੰਦੀ ਕਿ ਮੇਰੇ ਪੋਇਮ ਦਾ ਟੌਪਿਕ ਕੀ ਸੀਗਾ, ਇੱਕ ਡੱਕ ਅਤੇ ਇੱਕ ਫਾਦਰ ਸਵੈਨ ਦੇ ਉੱਤੇ ਉਹ ਲਿਖੀ ਸੀਗੀ ਜਿਨ੍ਹਾਂ ਦੇ 3 ਬੇਬੀ ਡਕਲਿੰਗ ਸੀ, 3 ਬੇਬੀ ਸੀਗੇ ਅਤੇ ਉਹ ਕੀ ਸੀ ਜਿਹੜਾ ਫਾਦਰ ਸੀ ਆਪਣੇ ਬੱਚਿਆਂ ਨੂੰ ਬਾਈਟ ਕਰ ਕਰਕੇ ਮਾਰ ਦਿੰਦਾ ਹੈ। ਕਿਉਂਕਿ ਉਹ ਬਹੁਤ ਜ਼ਿਆਦਾ ਕੁਐਕ ਕਰਦੇ ਸੀਗੇ, ਬਹੁਤ ਜ਼ਿਆਦਾ ਬੋਲਦੇ ਸੀਗੇ। ਲੱਕੀਲੀ ਮਿਸਟਰ ਕੀਜ਼ਿੰਗ ਟੁੱਕ ਦਾ ਜੋਕ ਦ ਰਾਈਟ ਵੇ। ਕਹਿੰਦੇ ਕਿ ਹੁਣ ਇਹ ਮਜ਼ਾਕ ਦੇ ਵੇ ਦੇ ਵਿੱਚ ਮੈਂ ਪੋਇਮ ਲਿਖੀ ਸੀ, ਬਟ ਮਿਸਟਰ ਕੀਜ਼ਿੰਗ ਮੈਨੂੰ ਇਹ ਸੀ ਡਰ ਸੀਗਾ ਕਿ ਗੁੱਸੇ ਦੇ ਵਿੱਚ ਨਾ ਲੈ ਲੈਣ ਇਸ ਪੋਇਮ ਨੂੰ, ਬਟ ਕਹਿੰਦੀ ਕਿ ਫੋਰਚੂਨੇਟਲੀ ਮਿਸਟਰ ਕੀਜ਼ਿੰਗ ਨੇ ਇਸ ਮਜ਼ਾਕ ਨੂੰ ਪੋਜ਼ੀਟਿਵ ਵੇ ਦੇ ਵਿੱਚ ਲਿਆ। He read the poem to the class adding his own comments। ਉਹ ਕਹਿੰਦੇ ਕਿ ਉਹਨਾਂ ਨੇ ਜਿਹੜੀ ਪੋਇਮ ਆ ਨਾ ਸਿਰਫ ਆਪ ਪੜ੍ਹੀ, ਕਲਾਸ ਦੇ ਵਿੱਚ ਪੜ੍ਹ ਕੇ ਬੱਚਿਆਂ ਨੂੰ ਵੀ ਸੁਣਾਈ ਅਤੇ ਆਪਣੇ ਜਿਹੜੇ ਕਮੈਂਟਸ ਆ ਉਹ ਵੀ ਐਡ ਕੀਤੇ ਵਿੱਚ ਐਂਡ ਟੂ ਸੈਵਰਲ ਅਦਰ ਕਲਾਸਿਸ ਐਜ਼ ਵੈਲ। ਸਿਰਫ ਕਹਿੰਦੀ ਸਾਡੀ ਕਲਾਸ ਦੇ ਵਿੱਚ ਹੀ ਉਹਨਾਂ ਨੇ ਰੀਡ ਨਹੀਂ ਕੀਤੀ, ਹੋਰ ਵੀ ਕਲਾਸਿਸ ਦੇ ਵਿੱਚ ਉਹਨਾਂ ਨੇ ਉਹ ਪੋਇਮ ਰੀਡ ਕੀਤੀ ਕਿਉਂਕਿ ਉਹਨਾਂ ਨੂੰ ਬਹੁਤ ਪਸੰਦ ਆਈ ਸੀ ਉਹ ਪੋਇਮ। Since then, I've been allowed to talk and haven't been assigned any extra homework। ਕਹਿੰਦੀ ਉਸ ਅਸਾਈਨਮੈਂਟ ਤੋਂ ਬਾਅਦ ਜਿਹੜੀ ਫਾਈਨਲ ਅਸਾਈਨਮੈਂਟ ਉਹਨੇ ਸਬਮਿਟ ਕਰਾਈ ਸੀ ਉਸ ਤੋਂ ਬਾਅਦ ਕਹਿੰਦੀ ਮਿਸਟਰ ਕੀਜ਼ਿੰਗ ਨੇ ਕਦੀ ਵੀ ਮੈਨੂੰ ਪਨਿਸ਼ ਨਹੀਂ ਕੀਤਾ, ਕੋਈ ਐਕਸਟਰਾ ਹੋਮਵਰਕ ਮੈਨੂੰ ਨਹੀਂ ਦਿੱਤਾ ਅਤੇ ਮੈਨੂੰ ਬੋਲਣਾ ਵੀ ਅਲਾਓ ਕੀਤਾ ਕਲਾਸ ਦੇ ਵਿੱਚ। ਉਸ ਦਿਨ ਤੋਂ ਬਾਅਦ ਜਿਹੜੀ ਐਨ ਫਰੈਂਕ ਸੀ ਉਹ ਕਲਾਸ ਦੇ ਵਿੱਚ ਬੋਲ ਵੀ ਸਕਦੀ ਸੀ, ਉਹਨੂੰ ਕੋਈ ਰੋਕ ਟੋਕ ਨਹੀਂ ਸੀ। ਔਨ ਦਾ ਕੌਨਟਰੀ ਮਤਲਬ ਇਹਦੇ ਆਪੋਜ਼ਿਟ। ਕਹਿੰਦੀ ਇਹਦੇ ਆਪੋਜ਼ਿਟ ਕੀ ਹੋਇਆ, ਮਿਸਟਰ ਕੀਜ਼ਿੰਗਸ ਆਲਵੇਜ਼ ਮੇਕਿੰਗ ਜੋਕਸ ਦੀਸ ਡੇਜ਼। ਕਹਿੰਦੀ ਮਿਸਟਰ ਕੀਜ਼ਿੰਗ ਪਹਿਲਾਂ ਓਲਡ ਫੋਗੀ ਗਿਆ ਸੀਗਾ, ਬੜੇ ਹੀ ਪੁਰਾਣੇ ਖਿਆਲਾਤ ਦੇ ਖੜੂਸ ਟਾਈਪ। ਕਹਿੰਦੀ ਇਸ ਮੇਰੇ ਐਸੇ ਤੋਂ ਬਾਅਦ ਮਿਸਟਰ ਕੀਜ਼ਿੰਗ ਵੀ ਬੜੇ ਖੁਸ਼ ਰਹਿਣ ਲੱਗ ਗਏ ਸੀਗੇ ਅਤੇ ਉਹ ਜੋਕਸ ਵੀ ਕਰੈਕ ਕਰਦੇ ਸੀ ਕਲਾਸਿਸ ਦੇ ਵਿੱਚ। ਯਰਸ ਐਨ ਸੋ ਇਹਨਾਂ ਲਿਖ ਕੇ ਜਿਹੜੀ ਐਨ ਹੈ ਉਹ ਆਪਣੀ ਡਾਇਰੀ ਦਾ ਜਿਹੜੀ ਫਸਟ ਐਂਟਰੀ ਆ ਜਿਹੜੀ ਉਹਨੇ 20 ਜੂਨ ਨੂੰ ਐਂਟਰ ਕੀਤੀ ਸੀਗੀ ਉਹਦਾ ਐਂਡ ਕਰਦੀ ਆ। ਸੋ ਵਿਦ ਦਿਸ ਵੀ ਕਮ ਟੂ ਐਨ ਐਂਡ ਆਫ ਆਰ ਚੈਪਟਰ। ਸੋ next week we will discuss some another chapter. Till then keep learning. Thank you.